ਜਿੱਥੇ ਇੱਕ ਬੰਨੇ ਇੰਡੀਆ ਗੱਠਜੋੜ ਦੀਆਂ ਜਿਹੜੀਆਂ ਅਲਾਇੰਸ ਧਿਰਾਂ ਨੇ ਉਹਨਾਂ ਵੱਲੋਂ ਸੀਟ ਸ਼ੇਅਰਿੰਗ ਦਾ ਜਿਹੜਾ ਸਿਲਸਿਲਾ ਉਹ ਤੋੜ ਲਿਆ, ਉੱਥੇ ਦੂਜੇ ਬੰਨੇ ਭਾਜਪਾ ਨੇ ਇਸ ਸਿਲਸਿਲੇ ਦੇ ਖਿਲਾਫ ਇੱਕ ਵੱਡਾ ਪ੍ਰੋਗਰਾਮ ਦੇ ਦਿੱਤਾ। ਕਹਿਣ ਦਾ ਭਾਵ ਕਿ ਇੱਕ ਵੱਖਰੀ ਤਰ੍ਹਾਂ ਦੀ ਵਿਚਾਰਧਾਰਾ ਵੀ ਲੋਕਾਂ ਸਾਹਮਣੇ ਲੈ ਆਂਦੀ ਹੈ, ਮਤਲਬ ਕਿ ਇੱਕ ਦੇਸ਼ ਤੇ ਇੱਕ ਚੋਣ। ਖੈਰ, ਇਹ ਮੁੱਦਾ ਭਾਵੇਂ ਬਹੁਤਾ ਨਵਾਂ ਵੀ ਨਹੀਂ, ਪਰੰਤੂ ਅਜੋਕੇ ਹਾਲਾਤ ਦੇ ਵਿੱਚ ਇੱਕਦਮ ਉਸ ਵੇਲੇ ਜਦੋਂ ਇੰਡੀਆ ਗੱਠਜੋੜ ਭਾਜਪਾ ਨੂੰ ਘੇਰਨ ਲਈ ਮੁੰਬਈ ਦੇ ਵਿੱਚ ਜੁੜਿਆ ਹੋਵੇ, ਉਸ ਵੇਲੇ ਅਜਿਹਾ ਪ੍ਰੋਗਰਾਮ ਦੇਣਾ ਉਹ ਆਪਣੇ ਆਪ ਦੇ ਵਿੱਚ ਇੱਕ ਚਰਚਾ ਵਾਲੀ ਗੱਲ ਜ਼ਰੂਰ ਹੈ। ਪਰੰਤੂ ਇਸ ਸਾਰੇ ਮਸੌਦੇ ਦੇ ਵਿੱਚੋਂ ਜਿਹੜਾ ਇੱਕ ਵੱਡਾ ਜ਼ਿਕਰ ਵੱਖਰੀ ਤਰ੍ਹਾਂ ਦਾ ਉਪਜ ਕੇ ਸਾਹਮਣੇ ਆਇਆ ਹੈ, ਉਹ ਹੈ RSS, ਮਤਲਬ ਕਿ ਰਾਸ਼ਟਰੀ ਸਵੈਮ ਸੇਵਕ ਸੰਘ। ਇਹਦਾ ਵੱਡੇ ਪੱਧਰ ਉੱਤੇ ਜ਼ਿਕਰ ਹੋਇਆ ਹੈ। ਹਾਲਾਂਕਿ RSS ਦਾ ਜ਼ਿਕਰ ਪਿਛਲੇ ਸਮੇਂ ਕਾਫੀ ਸੁਰਖੀਆਂ ਦੇ ਵਿੱਚ ਵੀ ਰਿਹਾ, ਜਦੋਂ ਦੇਸ਼ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਰਹੀ। ਉਸ ਵੇਲੇ ਵੀ RSS ਕਾਫੀ ਪ੍ਰਭਾਵਸ਼ਾਲੀ ਪੱਧਰ ਉੱਤੇ ਉਹਦਾ ਜ਼ਿਕਰ ਵੇਖਣ ਨੂੰ ਮਿਲਿਆ। ਪਰੰਤੂ ਹੁਣ ਜਿਹੜਾ ਵੱਖਰੀ ਤਰ੍ਹਾਂ ਦਾ RSS ਦੇ ਖਿਲਾਫ ਕਹਿ ਲਈਏ ਕਿ ਇੱਦਾਂ ਦਾ ਮਾਹੌਲ ਉਪਜ ਕੇ ਸਾਹਮਣੇ ਆਉਂਦਾ ਵੇਖਿਆ ਜਾ ਸਕਦਾ ਹੈ ਕਿ ਜਿਵੇਂ RSS ਦੇ ਖਿਲਾਫ ਇੰਡੀਆ ਗੱਠਜੋੜ ਵੱਲੋਂ ਇੱਕ ਮਾਹੌਲ ਸਿਰਜਣ ਦਾ ਯਤਨ ਕੀਤਾ ਜਾ ਰਿਹਾ। ਇਸ ਸਮੁੱਚੇ ਮਾਮਲੇ ਉੱਤੇ ਗੱਲਬਾਤ ਕਰਾਂਗੇ, ਚਰਚਾ ਕਰਾਂਗੇ। ਇਸ ਸੰਬੰਧੀ ਸਾਡੇ ਨਾਲ ਜੁੜੇ ਨੇ ਉੱਘੇ ਲੇਖਕ ਤੇ ਸਿਆਸੀ ਮਾਹਰ ਡਾਕਟਰ ਭਗਵੰਤ ਸਿੰਘ ਜੀ। ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਵੈਲਕਮ, ਸਵਾਗਤ। ਬਹੁਤ-ਬਹੁਤ ਸ਼ੁਕਰੀਆ ਭਿੰਦਰ ਸਾਹਿਬ। ਡਾਕਟਰ ਸਾਹਿਬ, ਮੁੰਬਈ ਦੇ ਵਿੱਚ ਇੰਡੀਆ ਗੱਠਜੋੜ ਦੀ ਇੱਕ ਵੱਡੀ ਸੱਥ ਜੁੜੀ ਸੀ ਤੇ ਉਸ ਦੌਰਾਨ RSS ਦਾ ਇੱਕ ਵੱਡੇ ਪੱਧਰ ਉੱਤੇ ਜ਼ਿਕਰ ਸਾਹਮਣੇ ਆਇਆ। ਕਾਂਗਰਸ ਦੇ ਕੌਮੀ ਪ੍ਰਧਾਨ ਮਲਕਾਰਜਨ ਖੜਗੇ ਨੇ ਤਾਂ ਸਿੱਧੇ ਤੌਰ ਤੇ ਇੰਡੀਆ ਗੱਠਜੋੜ ਦੇ ਮੰਚ ਤੋਂ ਇਹ ਗੱਲ ਵੱਡੇ ਪੱਧਰ ਉੱਤੇ ਉਭਾਰ ਦਿੱਤੀ ਕਿ ਭਾਜਪਾ ਤੇ RSS ਪਿਛਲੇ 9 ਸਾਲਾਂ ਤੋਂ ਦੇਸ਼ ਦੇ ਵਿੱਚ ਇੱਕ ਫਿਰਕੂ ਜ਼ਹਿਰ ਘੋਲ ਰਹੀਆਂ ਨੇ ਤੇ ਉਹਨਾਂ ਇਹ ਵੀ ਆਖਿਆ ਕਿ ਅਜਿਹੇ ਫਿਰਕੂ ਜ਼ਹਿਰ ਦਾ ਅਜਿਹਾ ਅਸਰ ਹੋ ਰਿਹਾ ਹੈ ਕਿ ਬੇਕਸੂਰ ਰੇਲ ਮੁਸਾਫਰਾਂ ਤੇ ਸਕੂਲੀ ਬੱਚਿਆਂ ਤੱਕ ਇਹ ਨਫ਼ਰਤੀ ਅਪਰਾਧ ਜਾ ਪਹੁੰਚਿਆ ਹੈ, ਜਿਹਦੇ ਨਾਲ ਦੇਸ਼ ਨੂੰ ਇੱਕ ਵੱਡੀ ਪੱਧਰ ਉੱਤੇ ਘਾਤ ਲੱਗ ਰਹੀ ਹੈ। ਕਹਿਣ ਦਾ ਭਾਵ ਕਿ ਇੱਕ ਫਿਰਕੂ ਜ਼ਹਿਰ ਨੇ ਦੇਸ਼ ਨੂੰ ਬੁਰੀ ਤਰ੍ਹਾਂ ਆਪਣੇ ਕਲਾਵੇ ਦੇ ਵਿੱਚ ਲਿਆ ਹੋਇਆ ਹੈ। ਤੇ ਦੂਜੇ ਬੰਨੇ ਕਾਂਗਰਸੀ ਵਰਕਰਾਂ ਨੂੰ ਮੁੰਬਈ ਦੇ ਵਿੱਚ ਹੀ ਰਾਹੁਲ ਗਾਂਧੀ ਨੇ ਸੰਬੋਧਨ ਦੌਰਾਨ RSS ਨੂੰ ਨਿਸ਼ਾਨੇ ਉੱਤੇ ਲਿਆ। ਉਹਨਾਂ ਨੇ ਇਹ ਗੱਲ ਵੱਡੇ ਪੱਧਰ ਉੱਤੇ ਆਖੀ ਹੈ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਹੈ, ਪਰੰਤੂ ਇਸ ਵੇਲੇ RSS ਤੇ ਭਾਜਪਾ ਕਾਂਗਰਸ ਤੋਂ ਡਰੀ ਹੋਈ ਹੈ ਤੇ ਅਜਿਹੇ ਡਰ ਦੀ ਵਜ੍ਹਾ ਉਹ ਕਈ ਤਰ੍ਹਾਂ ਦੇ ਹੋਰ ਪ੍ਰੋਗਰਾਮ ਦੇਣ ਲੱਗੀ ਹੈ। ਡਾਕਟਰ ਸਾਹਿਬ, ਲੰਘੇ ਕੱਲ ਮਗਰੋਂ ਅੱਜ ਤੱਕ RSS ਦਾ ਜ਼ਿਕਰ ਤੁਸੀਂ ਇਸ ਸਾਰੇ ਵਰਤਾਰੇ ਨੂੰ ਕਿਵੇਂ ਦੇਖਦੇ ਹੋ? ਜੀ ਡਾਕਟਰ ਸਾਹਿਬ। ਭਿੰਦਰ ਸਾਹਿਬ, ਜਿਸ ਤਰ੍ਹਾਂ ਕਿ ਪਹਿਲਾਂ ਵੀ ਕਾਂਗਰਸ ਪਾਰਟੀ ਵੱਲੋਂ ਤੇ ਵਿਰੋਧੀ ਪਾਰਟੀਆਂ ਵੱਲੋਂ ਇਹ ਹਮਲਾ ਕੀਤਾ ਜਾਂਦਾ ਰਿਹਾ ਕਿ RSS ਆਪਣਾ ਫਿਰਕੂ ਏਜੰਡਾ ਲਾਗੂ ਕਰ ਰਹੀ ਹੈ। ਭਾਜਪਾ ਸਰਕਾਰ ਦੇ ਰਾਹੀਂ RSS ਦੇ ਵੱਲੋਂ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਨਫ਼ਰਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਤੇ ਇਸ ਨੂੰ ਹੁਣ ਉਹਨਾਂ ਨੇ ਵਿਰੋਧੀ ਧਿਰਾਂ ਦੇ ਏਜੰਡੇ ਇੰਡੀਆ ਗੱਠਜੋੜ ਨੇ ਕੱਲ ਆਪਣੇ ਉਸ ਪ੍ਰੋਗਰਾਮ ਦੇ ਵਿੱਚ, ਉਸ ਮੀਟਿੰਗ ਦੇ ਵਿੱਚ ਇਸ ਨੂੰ ਸਾਹਮਣੇ ਲਿਆਂਦਾ ਕਿ RSS ਜਿਹੜੀ ਇੰਡੀਆ ਗੱਠਜੋੜ ਤੋਂ ਬਹੁਤ ਜ਼ਿਆਦਾ ਡਰ ਚੁੱਕੀ ਹੈ ਤੇ ਉਹ ਦੇਸ਼ ਦੇ ਵਿੱਚ ਕਿਸ ਤਰ੍ਹਾਂ ਦਾ ਫਿਰਕੂ ਮਾਹੌਲ ਪੈਦਾ ਕਰਕੇ ਆਪਣੀਆਂ ਵੋਟਾਂ ਲੈਣੀਆਂ ਚਾਹ ਰਹੇ ਨੇ ਤੇ ਇਸ ਤਰ੍ਹਾਂ ਦੇਸ਼ ਨੂੰ ਵੰਡ ਰਹੇ ਨੇਗੇ। ਪਰ ਉਹਨਾਂ ਨੇ RSS ਦੇ ਉੱਪਰ ਤਿੱਖੇ ਹਮਲੇ ਕੀਤੇ ਨੇ, ਜਿਹਦੇ ਵਿੱਚ ਮਲਕਾਰਜੁਨ ਖੜਗੇ ਦਾ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਅਤੇ ਰਾਹੁਲ ਗਾਂਧੀ ਨੇ ਸਿੱਧਾ ਹਮਲਾ ਕੀਤਾ। ਮਲਕਾਰਜੁਨ ਖੜਗੇ ਨੇ ਤਾਂ ਇਹ ਵੀ ਕਿਹਾ ਵੀ ਸਰਕਾਰ ਸਾਡੇ ਉੱਪਰ ਇਸ ਤਰ੍ਹਾਂ ਦੇ ਹੁਣ ਮੁਕੱਦਮੇ ਤੇ ਸਾਡੀ ਏਜੰਸੀਆਂ ਦੇ ਰਾਹੀਂ ਸਾਨੂੰ ਮੁਕੱਦਮੇਬਾਜ਼ੀਆਂ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਆਪਣੇ ਏਜੰਡੇ ਨੂੰ ਉਹ ਲਾਗੂ ਕਰ ਸਕੇ। ਜੀ ਭਿੰਦਰ ਸਾਹਿਬ। ਡਾਕਟਰ ਸਾਹਿਬ, ਪ੍ਰਿੰਟਿੰਗ ਮੀਡੀਆ ਦੇ ਇੱਕ ਵੱਡੇ ਹਾਊਸ ਨੇ, ਕਹਿ ਲਈਏ ਕਿ ਵੱਖ-ਵੱਖ ਅਖਬਾਰਾਂ ਨੇ ਖੜਗੇ ਤੇ ਰਾਹੁਲ ਗਾਂਧੀ ਦੇ ਜਿਹੜੇ RSS ਮੁਤਲਕ ਬਿਆਨ ਨੇ ਉਹ ਵੱਡੇ ਪੱਧਰ ਉੱਤੇ ਪ੍ਰਕਾਸ਼ਿਤ ਕੀਤੇ ਨੇ। ਖੈਰ, ਭਾਵੇਂ ਕਿ RSS ਦਾ ਆਪਣਾ ਇੱਕ ਵੱਖਰਾ ਏਜੰਡਾ ਹੈ, ਆਪਣਾ ਵਜੂਦ ਹੈ, ਪਰੰਤੂ ਸਵਾਲ ਪੈਦਾ ਹੁੰਦਾ ਹੈ ਕਿ ਇਸ ਵੇਲੇ RSS ਨੂੰ ਇੰਡੀਆ ਗੱਠਜੋੜ ਕਿਉਂ ਇੰਨੇ ਵੱਡੇ ਪੱਧਰ ਉੱਤੇ ਨਿਸ਼ਾਨੇ ਉੱਤੇ ਲੈ ਰਿਹਾ? ਜੀ ਡਾਕਟਰ ਸਾਹਿਬ। ਭਿੰਦਰ ਸਾਹਿਬ, ਜਿਸ ਤਰ੍ਹਾਂ ਕਿ ਪਿਛਲੀਆਂ ਚੋਣਾਂ ਦੇ ਦੌਰਾਨ ਹੁੰਦਾ ਰਿਹਾ ਜਾਂ ਚੋਣ ਦੇ ਸਮੇਂ, ਕਿਉਂਕਿ 2024 ਦੇ ਵਿੱਚ ਲੋਕ ਸਭਾ ਦੀਆਂ ਇਲੈਕਸ਼ਨਾਂ ਹੋਣੀਆਂ ਨੇ, ਉਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਮਾਹੌਲ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। NDA ਵੱਲੋਂ ਇਸ ਤਰ੍ਹਾਂ ਦੀ ਜਿਵੇਂ ਕਿ ਵੋਟਰਾਂ ਦੀ ਅਲਾਈਨਮੈਂਟ ਕੀਤੀ ਜਾ ਰਹੀ ਹੈ, ਵੰਡਿਆ ਜਾ ਰਿਹਾ ਹੈ ਤੇ ਉਸ ਸੰਬੰਧੀ ਜਿਵੇਂ ਕਿ ਇੰਡੀਆ ਗੱਠਜੋੜ ਵੱਲੋਂ ਤੇ ਰਾਹੁਲ ਗਾਂਧੀ ਵੱਲੋਂ ਵੀ ਆਪਣੀ ਭਾਰਤ ਜੋੜੋ ਯਾਤਰਾ ਦੇ ਦੌਰਾਨ ਵੀ ਇਹੋ ਸੰਦੇਸ਼ ਦਿੱਤਾ ਜਾ ਰਿਹਾ ਸੀ ਕਿ ਪਿਆਰ ਦੀ ਦੁਕਾਨ ਖੋਲ ਰਹੇ ਆ, ਉਹ ਨਫ਼ਰਤ ਦੀ ਦੁਕਾਨ ਖੋਲੀ ਬੈਠੇ ਨੇ, ਪਿਆਰ ਦਾ ਬਾਜ਼ਾਰ ਲਾਈ ਬੈਠੇ ਆ।
ਇਸ ਤਰ੍ਹਾਂ ਦੀ ਉਹਨਾਂ ਨੇ ਪਹਿਲਾਂ ਤੋਂ ਸੀ, ਹੁਣ ਬਿਲਕੁਲ ਸਿੱਧੇ ਤੌਰ ਦੇ ਉੱਪਰ ਉਹਨਾਂ ਨੇ RSS ਨੂੰ ਨਿਸ਼ਾਨੇ ਦੇ ਉੱਪਰ ਲਿਆ। ਕਾਰਨ ਇਹ ਹੈ ਕਿਉਂਕਿ ਚੋਣਾਂ ਦੇ ਵਿੱਚ ਹੁਣ ਇਸ ਤਰ੍ਹਾਂ ਦਾ ਮੁੱਦਾ ਉਭਾਰਿਆ ਜਾਏਗਾ, RSS ਵਰਸਜ ਇੰਡੀਆ ਗੱਠਜੋੜ, ਜਿਹੜੀਆਂ ਫਿਰਕੂ ਤਾਕਤਾਂ ਦੇ ਖਿਲਾਫ ਇੱਕ ਸੈਕੂਲਰ ਫੋਰਸਾਂ ਨੇ, ਜਿਹੜੇ ਸੈਕੂਲਰ ਆਪਣੇ ਆਪ ਨੂੰ ਕਹਾ ਰਹੀਆਂ ਨੇ, ਇਹ ਸ਼ਕਤੀਆਂ ਦਾ ਭੇਟ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦਾ ਇੱਕ ਬਰਤਾਂਤ ਸਿਰਜਣ ਦੀ ਕੋਸ਼ਿਸ਼। ਡਾਕਟਰ ਸਾਹਿਬ, RSS ਉੱਤੇ ਕਾਂਗਰਸ ਤੇ ਇੰਡੀਆ ਗੱਠਜੋੜ ਦੀਆਂ ਧਿਰਾਂ ਵੱਲੋਂ ਕੀਤੇ ਹਮਲੇ ਨੂੰ ਲੈ ਕੇ ਭਾਵੇਂ RSS ਵੱਲੋਂ ਅਧਿਕਾਰਤ ਤੌਰ ਤੇ ਹਾਲੇ ਕੋਈ ਬਿਆਨ ਸਾਹਮਣੇ ਨਹੀਂ ਆਇਆ, ਪਰੰਤੂ RSS ਨੇ ਜਿਹੜਾ ਭਾਰਤੀ ਜਨਤਾ ਪਾਰਟੀ ਵੱਲੋਂ ਕਹਿ ਲਈ ਕਿ ਇਸ ਵੇਲੇ ਦੇਸ਼ ਦੀ ਕੇਂਦਰੀ ਸਰਕਾਰ ਵੱਲੋਂ ਇੱਕ ਦੇਸ਼ ਇੱਕ ਚੋਣ ਦਾ ਏਜੰਡਾ ਅੱਗੇ ਤੋਰਿਆ ਹੈ, ਉਹਦੀ ਹਮਾਇਤ ਜ਼ਰੂਰ ਕੀਤੀ ਹੈ, ਸਮਰਥਨ ਕੀਤਾ ਹੈ। ਡਾਕਟਰ ਸਾਹਿਬ, ਤੁਸੀਂ ਇਹ ਸਾਰਾ ਮਾਮਲਾ ਕਹਿ ਲਈਏ ਕਿ ਇੱਕ ਬੰਨੇ ਭਾਜਪਾ ਹੈ ਤੇ ਉਸ ਦੇ ਸਮਰਥਨ ਦੇ ਵਿੱਚ RSS ਹੈ, ਤੇ ਜ਼ਾਹਰੀ ਹੈ ਕਿ ਫਿਰ ਇੰਡੀਆ ਗੱਠਜੋੜ ਨਿਸ਼ਾਨੇ ਤੇ ਜ਼ਰੂਰ RSS ਨੂੰ ਲੈ ਰਿਹਾ ਹੋਵੇਗਾ ਜਾਂ ਲੈ ਰਿਹਾ। ਜੀ ਡਾਕਟਰ ਸਾਹਿਬ। ਡਾਕਟਰ ਸਾਹਿਬ, ਇਹ ਜਿਹੜਾ ਇੱਕ ਰਾਸ਼ਟਰ ਤੇ ਇੱਕ ਚੋਣ ਦਾ ਜਿਹੜਾ ਫਾਰਮੂਲਾ ਪੇਸ਼ ਕੀਤਾ ਜਾ ਰਿਹਾ, ਜਿਹੜਾ ਕਿ ਕੋਈ ਨਵਾਂ ਨਹੀਂ ਹੈ, ਪਹਿਲਾਂ 1967 ਤੱਕ ਇਹ ਲਾਗੂ ਰਹੀ ਹੈ ਪ੍ਰਣਾਲੀ। ਇਸ ਤਰ੍ਹਾਂ ਦੀ ਇਹ ਪ੍ਰਕਿਰਿਆ ਹੁੰਦੀ ਰਹੀ ਹੈ, ਇਕੱਠੀਆਂ ਚੋਣਾਂ ਹੁੰਦੀਆਂ ਰਹੀਆਂ ਨੇ ਵਿਧਾਨ ਸਭਾ ਦੀਆਂ ਤੇ ਲੋਕ ਸਭਾ ਦੀਆਂ, ਵੱਖੋ ਵੱਖਰੇ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ। ਇਸ ਨੂੰ ਹੁਣ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਇਸ਼ੂ ਨੂੰ ਅੱਗੇ ਵਧਾਇਆ ਜਾ ਰਿਹਾ। ਹਾਲਾਂਕਿ ਇਹ ਬਹੁਤ ਪਹਿਲਾਂ ਤੋਂ ਪ੍ਰਚਲਿਤ ਰਿਹਾ, 2014 ਤੱਕ, ਕਿ 2014 ਤੋਂ ਵੀ ਪਹਿਲਾਂ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਇਸ ਮਸਲੇ ਨੂੰ ਚੁੱਕਿਆ ਸੀ ਤੇ ਉਹਨਾਂ ਨੇ 2010 ਤੱਕ ਇਸ ਮਸਲੇ ਨੂੰ ਉਭਾਰਿਆ ਸੀ ਕਿ ਇੱਕ ਰਾਸ਼ਟਰ ਤੇ ਇੱਕ ਚੋਣ ਹੋਣੀ ਚਾਹੀਦੀ ਹੈ। ਕਾਰਨ ਕੀ ਸੀ ਕਿ ਪਿਛਲੇ ਸਮੇਂ ਦੇ ਦੌਰਾਨ ਕਈ ਵਾਰ ਕੇਂਦਰ ਦੇ ਵਿੱਚ ਅਸਥਿਰਤਾ ਪੈਦਾ ਹੁੰਦੀ ਸੀ, ਸਰਕਾਰਾਂ ਡਾਵਾਡੋਲ ਹੁੰਦੀਆਂ ਰਹੀਆਂ ਨੇ, ਥੋੜੇ ਸਮੇਂ ਬਾਅਦ ਚੋਣ ਆ ਰਹੀ ਸੀ, ਬਾਰ-ਬਾਰ ਚੋਣ ਆ ਰਹੀ ਸੀ। ਉਹਦਾ ਕਾਰਨ ਇਹ ਸੀਗਾ ਕਿ ਕੇਂਦਰ ਦੇ ਵਿੱਚ ਰਲੀ ਮਿਲੀ ਸਰਕਾਰ ਆ ਜਾਂਦੀ ਸੀ ਤੇ ਸਟੇਟਾਂ ਦੇ ਵਿੱਚ ਹੋਰ ਪਾਰਟੀਆਂ ਦੀਆਂ ਸਰਕਾਰਾਂ ਸੀ, ਇਸ ਕਰਕੇ ਉਹ ਡਾਵਾਡੋਲਤਾ ਪੈਦਾ ਹੋ ਜਾਂਦੀ ਸੀ। ਉਦੋਂ ਵੀ ਇਹ ਸਿਧਾਂਤ ਪੇਸ਼ ਕੀਤਾ ਗਿਆ ਸੀ ਕਿ ਇੱਕ ਸਮੇਂ ਹੀ ਚੋਣ ਕਰਵਾਈ ਜਾਵੇ। ਇਸ ਨੂੰ ਵੱਖੋ ਵੱਖਰੇ ਸਮੇਂ ਦੇ ਉੱਪਰ ਵੱਖੋ ਵੱਖਰੀਆਂ ਹਸਤੀਆਂ ਨੇ ਉਹਦੇ ਸਮਰਥਨ ਵੀ ਕੀਤਾ, ਜਿਸ ਤਰ੍ਹਾਂ ਕਿ ਪ੍ਰਣਬ ਮੁਖਰਜੀ ਜਿਹੜੇ ਸਾਬਕਾ ਰਾਸ਼ਟਰਪਤੀ ਸੀ, ਉਹਨਾਂ ਦੇ ਵੱਲੋਂ ਵੀ ਇਹਦਾ ਸਮਰਥਨ ਕੀਤਾ ਗਿਆ ਸੀ। ਤੇ 2014 ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਵੀ ਇਹਨੂੰ ਸ਼ਾਮਿਲ ਕੀਤਾ ਸੀ। ਇੱਕ ਦੇਸ਼ ਇੱਕ ਚੋਣ ਕਹਿੰਦਾ ਭਾਵ ਕਿ ਭਾਰਤੀ ਜਨਤਾ ਪਾਰਟੀ ਨੇ ਜਦੋਂ ਤੋਂ ਹੁਣ ਇਹ ਰਾਜਗੱਦੀ ਸੰਭਾਲੀ ਹੈ, ਤਾਂ ਉਸ ਵੇਲੇ ਜਿਹੜਾ ਚੋਣ ਮੈਨੀਫੈਸਟੋ ਸੀ ਉਹਦੇ ਵਿੱਚ ਇੱਕ ਦੇਸ਼ ਇੱਕ ਚੋਣ ਨੂੰ ਬਤੌਰ ਚੋਣ ਵਾਅਦੇ ਵਜੋਂ ਅੰਕਿਤ ਕੀਤਾ ਸੀ। ਜੀ ਡਾਕਟਰ ਸਾਹਿਬ। ਹਾਂਜੀ, ਇਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਹੁਣ ਇਸ ਨਾਅਰੇ ਨੂੰ ਅੱਗੇ ਵਧਾ ਰਹੀ ਹੈ। ਇਸ ਜਿਹੜਾ ਪ੍ਰਯੋਜਨ ਉਹਨਾਂ ਨੇ ਪੇਸ਼ ਕੀਤਾ ਸੀ ਉਸ ਵੇਲੇ ਆਪਣੀ ਚੋਣ ਮੈਨੀਫੈਸਟੋ ਦੇ ਵਿੱਚ, ਉਸ ਨੂੰ ਇਹ ਹੁਣ ਅੱਗੇ ਵਧਾ ਰਹੇ ਨੇ, ਜਿਹਦੇ ਸੰਬੰਧੀ ਸ਼੍ਰੀ ਰਾਮਨਾਥ ਕੋਵਿੰਦ ਦੇ ਪ੍ਰਧਾਨਗੀ ਹੇਠ ਕਮੇਟੀ ਦਾ ਗਠਨ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਇਹਦੇ ਬਾਰੇ ਨੀਤੀ ਆਯੋਗ ਨੇ ਵੀ ਇਹਦੇ ਬਾਰੇ ਆਪਣੀ ਰਾਏ ਦਿੱਤੀ ਸੀ ਤੇ ਉਹਨਾਂ ਨੇ ਤਾਂ ਇਹ ਕਿਹਾ ਸੀ ਕਿ ਚੋਣਾਂ ਕਰਵਾ ਦੇਣੀਆਂ ਚਾਹੀਦੀਆਂ ਨੇ। ਉਹਨਾਂ ਨੇ ਇਹਦਾ ਲੌਜਿਕ ਵੀ ਕਾਫੀ, ਜਿਸ ਤਰ੍ਹਾਂ ਕਿ ਵਿਚਾਰਵਾਨਾਂ ਵੱਲੋਂ ਦਿੱਤੇ ਜਾ ਰਹੇ ਨੇ ਕਿ ਇਹਦੇ ਨਾਲ ਖਰਚੇ ਦੀ ਬਚਤ ਹੋਵੇਗੀ ਤੇ ਐਡਮਿਨਿਸਟ੍ਰੇਸ਼ਨ ਨੂੰ ਜਿਹੜਾ ਲਗਾਤਾਰ ਚੋਣ ਮੋਡ ਦੇ ਵਿੱਚ ਹੀ ਰਹਿਣਾ ਪੈਂਦਾ ਤੇ ਕੰਮ ਦੂਸਰੇ ਖੜ ਜਾਂਦੇ ਨੇ, ਇਹਦੇ ਤੋਂ ਵੀ ਨਿਜਾਤ ਮਿਲੇਗੀ ਤੇ ਪਬਲਿਕ ਨੂੰ ਵੀ ਇਹਦਾ ਫਾਇਦਾ ਹੋਏਗਾ, ਜਿਹੜੀ ਕਿ ਜਨਤਾ ਬਾਰ-ਬਾਰ ਚੋਣਾਂ ਦੇ ਵਿੱਚ ਉਕਤਾ ਜਾਂਦੀ ਹੈ। ਇੱਕ ਵਾਰ ਚੋਣ ਦੀ ਵੋਟ ਦੇ ਵਿੱਚ ਹਿੱਸਾ ਲੈਣਗੇ ਤੇ ਵੋਟ ਪ੍ਰਤੀਸ਼ਤਤਾ ਵੱਧ ਹੋਵੇਗੀ। ਇਹਦੇ ਨਾਲ ਜਿਹੜਾ ਪੁਲਿਸ ਤੇ ਸੁਰੱਖਿਆ ਬਲ ਨੇ ਉਹਨਾਂ ਨੂੰ ਵੀ ਆਪਣੀ ਡਿਊਟੀ ਮੁਸਤੈਦੀ ਦੇ ਨਾਲ ਕਰਨ ਦੇ, ਲਾਅ ਐਂਡ ਆਰਡਰ ਦੇ ਵਾਸਤੇ ਸਮਾਂ ਮਿਲ ਜਾਵੇਗਾ। ਨਹੀਂ ਤਾਂ ਬਹੁਤਾ ਸਮਾਂ ਤਾਂ ਚੋਣਾਂ ਦੇ ਵਿੱਚ ਹੀ ਇਹਨਾਂ ਦਾ ਸਮਾਂ ਵਿਅਸਤ ਹੋ ਜਾਂਦਾ ਹੈ ਤੇ ਚੋਣ ਕਰਵਾਉਣ ਦੇ ਉੱਪਰ ਹੀ ਜ਼ਿਆਦਾ ਲੱਗਿਆ ਰਹਿੰਦਾ ਹੈ। ਇਹ ਇਸ ਤਰ੍ਹਾਂ ਦਾ ਇਹ ਲੌਜਿਕ ਇਹਦੇ ਪ੍ਰਤੀ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ। ਜਿਸ ਤਰ੍ਹਾਂ ਕਿ ਇੱਕ ਰਾਸ਼ਟਰ ਇੱਕ ਚੋਣ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਖੁੱਲ੍ਹ ਕੇ ਹਮਾਇਤ ਦਿੱਤੀ ਹੈ, ਜਿਹੜੀ ਕਿ ਖੇਤਰੀ ਪਾਰਟੀ ਹੈ, ਉਹਨਾਂ ਦੇ ਵੱਲੋਂ ਇਸ ਤਰ੍ਹਾਂ ਪੂਰਾ ਡਟ ਕੇ ਇਹਦਾ ਸਾਥ ਦੇਣ ਦੇ ਲਈ ਉਹਨਾਂ ਨੇ ਇਸ ਸੰਕਲਪ ਨੂੰ ਪੂਰੀ ਤਰ੍ਹਾਂ ਸਮਰਥਨ ਦਿੱਤਾ ਹੈ। ਜੀ ਭਿੰਦਰ ਸਾਹਿਬ। ਡਾਕਟਰ ਸਾਹਿਬ, ਦੂਜੇ ਬੰਨੇ ਇੱਕ ਇਹ ਵੀ ਵੱਡੇ ਪੱਧਰ ਤੇ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੀਆਂ ਸੰਘੀ ਢਾਂਚਾ ਹੈ, ਇੱਕ ਰਾਸ਼ਟਰ ਇੱਕ ਚੋਣ ਦੇ ਨਾਲ ਉਸ ਨੂੰ ਇੱਕ ਵੱਡਾ ਖਤਰਾ ਹੈ। ਜਿਹੜੇ ਛੋਟੀਆਂ ਪਾਰਟੀਆਂ ਦੇ ਜਿਹੜੇ ਰਾਜ ਪੱਧਰੀ ਮੁੱਦੇ ਨੇ ਉਹ ਵਿੱਚ ਰੋਲ ਖੁੱਲ ਜਾਣਗੇ ਤੇ ਵੱਡੀਆਂ ਪਾਰਟੀਆਂ ਅਜਿਹੇ ਪ੍ਰੋਗਰਾਮ ਦਾ ਵੱਡਾ ਲਾਹਾ ਲੈ ਸਕਣਗੀਆਂ। ਜੀ ਡਾਕਟਰ ਸਾਹਿਬ। ਹਾਂ ਭਿੰਦਰ ਸਾਹਿਬ, ਇਹਦੇ ਵਿਰੋਧ ਦੇ ਵਿੱਚ ਜ਼ਰੂਰ ਹੈਗਾ, ਇਹ ਦਲੀਲ ਜ਼ਰੂਰ ਦਿੱਤੀ ਜਾ ਰਹੀ ਹੈ ਕਿ ਸੰਘਵਾਦ ਨੂੰ ਇਹਦਾ ਸੰਘੀ
ਸੰਘੀ ਢਾਂਚੇ ਨੂੰ ਇਹਦਾ ਨੁਕਸਾਨ ਪਹੁੰਚੇਗਾ। परंतु ये जिहड़े पक्ष दे विच जिहड़ी दलील दित्ती जा रही है उहदे नाल ये है भी इहदे नाल संघी ढांचे नूं कोई खतरा नहीं होएगा, क्योंकि जदों लोकां ने अपनी खुल के बहुत गिणती ने अपनी वोट प्रतिशत तक पाउणी है तां इहदे नाल संघी ढांचे नूं कोई ढाह नहीं लगेगी। नहीं बार बार वोटां होण दे नाल बार बार चोणां आउण दे नाल लोक चोण प्रक्रिया तो दुखी हो जाते हैं, उन्होंने कम रुक जाते हैं, उन्होंने इंसाफ नहीं मौके सिर मिल पाता, उन्होंने कामां दे विच रुकावट आउंदी है। इस करके लोग इस तो पासा भी वटन लग जाए, तां करके कई बार वोट प्रतिशतता बहुत घट जाती है कई स्टेटां दे विच, कई खेतरां दे विच। बिल्कुल डॉक्टर साहब, जिवें कि हुण कुछ राज्यां दीयां ਜਿਹੜੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਨੇ, ਇਸ ਤੋਂ ਬਾਅਦ ਫਿਰ ਜਿਹੜੀ ਹੈ ਮਈ ਜੂਨ ਦੇ ਵਿੱਚ ਲੋਕ ਸਭਾ ਦੀ ਜਿਹੜੀ ਆਮ ਚੋਣ ਹੈ, ਤੇ ਅਜਿਹੇ ਸਮੇਂ ਦੇ ਵਿੱਚ ਕਰੀਬ 1.5 ਦਰਜਨ ਜਿਹੜੀਆਂ ਚੋਣਾਂ ਨੇ ਵੱਖ-ਵੱਖ ਲੋਕ ਸਭਾ ਤੇ ਰਾਜ ਸਭਾ ਦੀ, ਤੇ ਜੇਕਰ ਕੋਈ ਅਜਿਹਾ ਪ੍ਰੋਗਰਾਮ ਸਿਰੇ ਚੜ੍ਹਦਾ ਹੈ ਤਾਂ ਸ਼ਾਇਦ ਇਹ ਸਾਰਾ ਜਿਹੜਾ ਮਾਹੌਲ ਹੈ, ਸਿਆਸੀ ਮਾਹੌਲ, ਚੁਣਾਵੀ ਮਾਹੌਲ, ਉਹ ਇੱਕ ਗੇੜ ਦੇ ਵਿੱਚ ਹੀ ਸਮਾਪਤ ਹੋ ਸਕਦਾ। ਕਹਿਣ ਦਾ ਭਾਵ ਕਿ ਜਿੱਥੇ ਦੇਸ਼ ਦੇ ਜਿਹੜੇ ਸਾਧਨ ਨੇ ਉਹ ਰਾਹਤ ਦੇ ਵਿੱਚ ਰਹਿਣਗੇ, ਲੋਕ ਰਾਹਤ ਦੇ ਵਿੱਚ ਰਹਿਣਗੇ, ਤੇ ਜਿਹੜਾ ਸਾਡਾ ਪ੍ਰਸ਼ਾਸਨਿਕ ਢਾਂਚਾ ਹੈ ਉਸ ਨੂੰ ਵੀ ਇੱਕ ਵੱਡੀ ਰਾਹਤ ਮਿਲੇਗੀ, ਤੇ ਜਿਹੜੀ ਚੁਣੀ ਹੋਈ ਸਰਕਾਰ ਨੂੰ ਵੀ ਇੱਕ ਬੇਫਿਕਰੀ ਦੇ ਨਾਲ ਕੰਮ ਕਰਨ ਦਾ ਅਵਸਰ ਮਿਲੇਗਾ। ਕਿਉਂਕਿ ਹੁਣ ਸਮੇਂ-ਸਮੇਂ ਜਿਹੜਾ ਚੋਣਾਂ ਦਾ ਬੋਝ ਹੈ, ਤੇ ਨਾਲ ਇਹ ਗੱਲ ਕਿ ਸਿਆਸੀ ਲਿਹਾਜ਼ ਤੋਂ ਕਿ ਸਾਡੀ ਧਿਰ, ਸਾਡੀ ਪਾਰਟੀ ਕਿਤੇ ਪਿੱਛੇ ਨਾ ਰਹਿ ਜਾਏ ਰਾਜਾਂ ਦੇ ਵਿੱਚ, ਤੇ ਕੇਂਦਰ ਨੂੰ ਫਿਰ ਆਪਣੇ ਸਾਰੇ ਰਜੇਵੇਂ ਛੱਡ ਕੇ ਜਿਹੜੇ ਭਾਵੇਂ ਉਹ ਰਜੇਵੇਂ ਅੰਤਰਰਾਸ਼ਟਰੀ ਪੱਧਰ ਤੇ ਕਿਉਂ ਨਾ ਕਿੰਨੇ ਵੱਡੇ ਹੋਣ, ਆਰਥਿਕ ਲਿਹਾਜ਼, ਕੌਮਾਂਤਰੀ ਲਿਹਾਜ਼ ਦੇ ਹੋਣ, ਪਰੰਤੂ ਇੱਕ ਵਾਰ ਸਾਰੀ ਮਸ਼ੀਨਰੀ ਨੂੰ ਬੰਦ ਕਰਕੇ ਜਿਹੜੇ ਰਾਜ ਦੇ ਵਿੱਚ ਚੋਣ ਹੁੰਦੀ ਹੈ ਉੱਥੇ ਸਾਰਾ ਕੁਝ ਧਿਆਨ ਫੋਕਸ ਕੀਤਾ ਜਾਂਦਾ, ਜਿਹਦੇ ਨਾਲ ਖੈਰ ਜਿਹੜੀ ਵਿਕਾਸ ਦੀ ਗੱਲ ਹੈ ਜਾਂ ਵਿਕਾਸ ਦਾ ਪਹੀਆ ਉਹ ਜ਼ਰੂਰ ਉਸ ਸਮੇਂ ਲਈ ਰੁਕਦਾ। ਖੈਰ ਦੋਨੇ ਦਲੀਲਾਂ ਨੇ ਵੱਖ-ਵੱਖ ਮਾਹਰਾਂ ਵੱਲੋਂ ਕਿ ਇੱਕ ਦੇਸ਼ ਇੱਕ ਚੋਣ, ਉਹਦੇ ਫਾਇਦੇ ਕੀ ਨੇ, ਉਹਦੇ ਨੁਕਸਾਨ ਕੀ ਨੇ। ਖੈਰ ਜਿਵੇਂ ਹੁਣ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ਹੇਠ ਇੱਕ ਕਮੇਟੀ ਬਣ ਗਈ ਹੈ, ਉਸ ਕਮੇਟੀ ਨੇ ਆਪਣੀਆਂ ਜਿਹੜਾ ਹੈ ਮਸ਼ਕ ਉਹ ਆਰੰਭ ਦਿੱਤੀ ਹੈ। ਤੇ ਨਾਲ ਇੱਕ ਸਵਾਲ ਹੈ ਕਿ 2015 ਦੇ ਵਿੱਚ, ਕਿਉਂਕਿ ਤੁਸੀਂ ਡਾਕਟਰ ਸਾਹਿਬ ਜ਼ਿਕਰ ਕੀਤਾ ਹੈ ਕਿ 2014 ਦੀ ਜਿਹੜੀ ਆਮ ਚੋਣ ਸੀ, ਭਾਜਪਾ ਨੇ ਜਿਹੜਾ ਇੱਕ ਦੇਸ਼ ਇੱਕ ਚੋਣ ਦਾ ਜਿਹੜਾ ਏਜੰਡਾ ਸੀ ਉਸ ਨੂੰ ਚੋਣ ਮੈਨੀਫੈਸਟੋ ਦੇ ਵਿੱਚ ਪਾਇਆ ਸੀ, ਤੇ 2015 ਦੇ ਵਿੱਚ ਲੋਕ ਸਭਾ ਦੀ ਸਟੈਂਡਿੰਗ ਕਮੇਟੀ ਕੋਲ ਵੀ ਇਹ ਕੇਸ ਗਿਆ ਸੀ ਕਿ ਇੱਕ ਦੇਸ਼ ਇੱਕ ਰਾਸ਼ਟਰ, ਤਾਂ ਉਸ ਕਮੇਟੀ ਨੇ ਸਿਫਾਰਿਸ਼ ਕੀਤੀ ਸੀ, ਦੱਸਦੇ ਹੈ ਕਿ 2 ਪੜਾਵਾਂ ਦੇ ਵਿੱਚ ਇੱਕ ਦੇਸ਼ ਦੇ ਵਿੱਚ ਕਹਿੰਦਾ ਭਾਵਕ ਭਾਰਤ ਦੇ ਵਿੱਚ ਜਿਹੜੀਆਂ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਉਹ ਚੋਣਾਂ 2 ਪੜਾਵਾਂ ਦੇ ਵਿੱਚ ਕੀਤੀਆਂ ਜਾਣ ਤਾਂ ਦੇਸ਼ ਲਈ ਉਹ ਬਿਹਤਰ ਰਹੇਗਾ। ਤੇ ਹੁਣ ਇਹ ਜਿਹੜੀ ਇੱਕ ਕਮੇਟੀ ਹੈ ਉਹ ਵੀ ਉੱਚ ਪੱਧਰੀ ਹੈ, ਕਿ ਪਹਿਲੀ ਵਾਰ ਇਹ ਕਮੇਟੀ ਜਿਹਦੇ ਸਾਬਕਾ ਰਾਸ਼ਟਰਪਤੀ ਚੇਅਰਮੈਨ ਬਣੇ ਨੇ। ਜੀ ਡਾਕਟਰ ਸਾਹਿਬ ਦੱਸਿਓ ਕਿ ਹੁਣ ਇਹ ਕਮੇਟੀ ਦਾ ਕਿਸ ਤਰ੍ਹਾਂ ਦਾ ਫੈਸਲਾ ਆਉਣ ਵਾਲਾ ਹੈ, ਕਿਉਂਕਿ ਜੇਕਰ ਆਪਾਂ ਥੋੜਾ ਜਿਹਾ ਪਿੱਛੇ 2015 ਵੱਲ ਜਾਈਏ ਤਾਂ ਲੋਕ ਸਭਾ ਦੀ ਸਟੈਂਡਿੰਗ ਕਮੇਟੀ ਨੇ ਮਾਮਲਾ ਸਾਰਾ ਪ੍ਰਵਾਨ ਕੀਤਾ ਹੋਇਆ। ਜੀ ਡਾਕਟਰ ਸਾਹਿਬ। ਪਿੰਡਰ ਸਾਹਿਬ ਇਹ ਬਿਲਕੁਲ ਠੀਕ ਹੈ ਕਿ ਜਿਵੇਂ ਲੋਕ ਸਭਾ ਦੀ ਸਟੈਂਡਿੰਗ ਕਮੇਟੀ ਨੇ ਆਪਣੀ ਸਿਫਾਰਸ਼ਾਂ ਵੀ ਕੀਤੀਆਂ ਸੀ ਕਿ 2 ਵਾਰੀਆਂ ਦੇ ਵਿੱਚ ਵੀ ਹੋ ਸਕਦਾ ਹੈ, ਇਹਦੇ ਲਈ ਇਹ ਸੰਭਾਵਨਾਵਾਂ ਵੀ ਲੱਗ ਰਹੀਆਂ ਨੇ, ਕਿਉਂਕਿ 2023 ਅਤੇ 24 ਦੇ ਦਰਮਿਆਨ 18 ਚੋਣਾਂ ਆਉਣੀਆਂ ਨੇ ਸਮੇਤ ਲੋਕ ਸਭਾ ਦੇ ਤੇ ਵਿਧਾਨ ਸਭਾਵਾਂ ਦੀਆਂ। ਇਸ ਤਰ੍ਹਾਂ ਇਸੇ ਤੋਂ ਕਿਆਸ ਰਾਈਆਂ ਲੱਗ ਰਹੀਆਂ ਨੇ ਵੀ ਲੋਕ ਸਭਾ ਦੀਆਂ ਚੋਣਾਂ ਅੱਗੇ ਵੀ ਹੋ ਸਕਦੀਆਂ ਨੇ, ਜਾਂ ਫਿਰ ਜਿਹੜੇ ਰਾਜਾਂ ਦੀਆਂ ਚੋਣਾਂ ਇਸ ਸਾਲ ਹੋਣੀਆਂ ਨੇ ਉਹਨਾਂ ਨੂੰ ਅੱਗੇ ਪਾ ਕੇ ਉਸ ਵੇਲੇ ਇਕੱਠੀਆਂ ਵੀ ਚੋਣਾਂ ਕਰਾਈਆਂ ਜਾ ਸਕਦੀਆਂ ਨੇ, ਤੇ ਬਾਕੀ ਜਿਹੜੇ ਰਾਜਾਂ ਦੀਆਂ ਹੋਰ ਸਟੇਟਾਂ ਦੀਆਂ ਅਗਲੇ ਲੰਬੇ ਸਮੇਂ ਦੇ ਵਿੱਚ, ਥੋੜੇ ਸਮਿਆਂ ਦੇ ਵਿੱਚ ਡਿਊ ਨੇ, ਉਹ ਅਗਲੇ ਦੂਸਰੇ ਚਰਨ ਦੇ ਵਿੱਚ ਵੀ ਹੋ ਸਕਦੇ, ਦੋ ਪੜਾਵੀ ਵੀ ਹੋ ਸਕਦਾ ਹੈ, ਇਹ ਵੀ ਮੰਨਣਯੋਗ ਹੈ। ਇਸ ਦੇ ਮੁਤਾਬਕ ਤਦੀ ਇਹ ਕਿਆਸ ਰਾਈਆਂ ਲੱਗ ਰਹੀਆਂ ਨੇ ਕਿ ਲੋਕ ਸਭਾ ਦੀਆਂ ਚੋਣਾਂ ਦਸੰਬਰ ਦੇ ਵਿੱਚ ਹੋ ਸਕਦੀਆਂ ਨੇ। ਡਾਕਟਰ ਸਾਹਿਬ ਜਿਵੇਂ ਇਹ ਪ੍ਰੋਗਰਾਮ ਲਿਆਂਦਾ ਹੈ ਭਾਜਪਾ ਵੱਲੋਂ, ਕਹਿੰਦਾ ਭਾਵ ਕਿ ਆਪਾਂ ਕਹਿ ਲਈਏ ਕਿ ਇਹ NDA ਦਾ ਹੀ ਪ੍ਰੋਗਰਾਮ ਹੈ, ਕਿਉਂਕਿ NDA ਨੇ ਆਪਸ ਦੇ ਵਿੱਚ ਹੀ ਸਾਰਾ ਮਸੌਦਾ ਪਹਿਲਾਂ ਵਿਚਾਰਿਆ ਹੋਵੇਗਾ, ਤੇ NDA ਤੋਂ ਬਾਹਰਲੀ ਇੱਕੋ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ। ਜਿਵੇਂ ਤੁਸੀਂ ਦੱਸਿਆ ਹੈ ਕਿ ਅਕਾਲੀ ਦਲ ਨੇ ਬਿਨਾਂ ਸ਼ਰਤ ਇਸ ਮਾਮਲੇ ਦਾ ਸਮਰਥਨ ਕੀਤਾ ਹੈ, ਤੇ ਜੇਕਰ ਆਪਾਂ ਦੇਖੀਏ ਕਿ ਭਾਜਪਾ ਜਾਂ ਉਹਦੀਆਂ ਸਹਿਯੋਗੀ ਪਾਰਟੀਆਂ ਤਾਂ ਇਸ ਇੱਕ ਦੇਸ਼ ਇੱਕ ਚੋਣ ਲਈ ਤਿਆਰ ਹੀ ਨੇ, ਪਰੰਤੂ ਸਵਾਲ ਪੈਦਾ ਹੁੰਦਾ ਕਿ ਇੰਡੀਆ ਗੱਠਜੋੜ ਉਹਦੇ ਉੱਤੇ ਫਿਰ ਇੱਕ ਵੱਖਰੀ ਤਰ੍ਹਾਂ ਦੀ ਵੱਡੀ ਜ਼ਿੰਮੇਵਾਰੀ ਸ਼ੁਰੂਆਤ ਦੇ ਦਿਨਾਂ ਵਿੱਚ ਆ ਪਈ ਲੱਗ ਰਹੀ ਹੈ। ਜੀ ਡਾਕਟਰ ਸਾਹਿਬ। ਹਾਂ ਪਿੰਡਰ ਸਾਹਿਬ, ਇਹ ਸਿਆਸੀ ਦਾਅ ਪੇਚ ਨੇ ਹਰੇਕ ਪਾਰਟੀ ਦਾ, ਜੇ ਹਰੇਕ ਸੱਤਾ ਦੇ ਉੱਪਰ ਜੋ ਕਾਬਜ਼ ਹੈ ਉਹ ਆਪਣੀ ਸੱਤਾ ਛੱਡਣੀ ਨਹੀਂ ਚਾਹੁੰਦਾ, ਤੇ ਦੂਸਰੀ ਧਿਰਾਂ ਜਿਹੜੀਆਂ ਨੇ ਸੱਤਾ ਪ੍ਰਾਪਤ ਕਰਨ ਦੇ ਲਈ ਆਪਣੇ ਦਾਅ ਪੇਚ ਖੇਡਦੇ ਨੇ ਹਰੇਕ ਤਰ੍ਹਾਂ ਦੀ
ਰਾਜਨੀਤੀ ਖੇਡੀ ਜਾ ਰਹੀ ਹੈ। ਇਸ ਦੇ ਸੰਬੰਧ ਦੇ ਵਿੱਚ ਉਹਨਾਂ ਦੇ ਉੱਪਰ ਬਹੁਤ ਵੱਡੀ ਜ਼ਿੰਮੇਵਾਰੀ ਆ ਪਈ ਹੈ ਇੰਡੀਆ ਗੱਠਜੋੜ ਦੇ ਉੱਪਰ। ਉਹਨਾਂ ਨੂੰ ਆਪਣੀਆਂ ਰਣਨੀਤੀਆਂ ਹੋਰ ਤਰ੍ਹਾਂ ਬਣਾਉਣੀਆਂ ਪੈਣਗੀਆਂ। ਆਪਣੇ ਜਿਹੜੇ ਹੈਗੇ ਚੋਣ ਦੇ ਸੰਬੰਧ ਦੇ ਵਿੱਚ ਸਟ੍ਰੈਟਜੀ ਆਪਣੀ ਵੱਖਰੀ ਬਣਾਉਣੀ ਪਊਗੀ। ਤੇ ਇਸੇ ਤਰ੍ਹਾਂ ਐਨਡੀਏ ਨੇ, ਕਿਉਂਕਿ ਇਹਦੇ ਤੋਂ ਇਹ ਲੱਗ ਰਿਹਾ ਕਿ ਐਨਡੀਏ ਨੇ ਇਸ ਤਰ੍ਹਾਂ ਦਾ ਕਰਕੇ ਆਪਣੀ ਪਹਿਲ ਕਦਮੀ ਕਰ ਲਈ ਹੈ, ਜਿਹਦੇ ਉੱਪਰ ਹੁਣ ਇੰਡੀਆ ਗੱਠਜੋੜ ਨੇ ਦੇਖਣਾ ਕਿ ਉਹ ਆਪਣੀ ਕਿਸ ਤਰ੍ਹਾਂ ਦੀ ਰਣਨੀਤੀ ਇਖਤਿਆਰ ਕਰਦੇ ਨੇ। ਡਾਕਟਰ ਸਾਹਿਬ, ਇੱਕ ਵੱਖਰੀ ਤਰ੍ਹਾਂ ਦੀ ਦਿਲਚਸਪ ਗੱਲ ਇਹ ਵੀ ਹੈ ਕਿ ਜਿਹੜਾ ਹੁਣ ਇੰਡੀਆ ਗੱਠਜੋੜ ਕਾਇਮ ਹੋਇਆ ਹੈ, ਇਸ ਨੂੰ ਕਾਇਮ ਕਰਨ ਲਈ ਜਿਹੜਾ ਵੱਡਾ ਸਿਰਤੋੜ ਕੋਸ਼ਿਸ਼ ਕੀਤੀ ਗਈ ਉਹ ਬਿਹਾਰ ਦੇ ਮੁੱਖ ਮੰਤਰੀ ਨਤੀਸ਼ ਕੁਮਾਰ ਨੇ ਕੀਤੀ। ਤੇ ਨਤੀਸ਼ ਕੁਮਾਰ ਇਸ ਤੋਂ ਪਹਿਲਾਂ ਇੰਡੀਆ ਗੱਠਜੋੜ ਦੇ ਰਜੇਵਿਆਂ ਤੋਂ ਪਹਿਲਾਂ, ਕਹਿਣ ਦਾ ਭਾਵ ਕਿ ਉਹ ਐਨਡੀਏ ਦਾ ਹੀ ਪਾਰਟ ਸਨ, ਕਹਿਣ ਦਾ ਭਾਵ ਕਿ ਉਹਨਾਂ ਦਾ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਾਲ ਇੱਕ ਕਾਫੀ ਨੇੜਤਾ ਵਾਲਾ ਮਾਹੌਲ ਵੀ ਸੀ। ਤੇ ਦੱਸਦੇ ਆ ਕਿ ਨਤੀਸ਼ ਕੁਮਾਰ ਨੇ ਵੀ ਕਈ ਮੋੜਾਂ ਉੱਤੇ, ਕਈ ਮੰਚਾਂ ਉੱਤੇ ਇੱਕ ਦੇਸ਼ ਇੱਕ ਚੋਣ ਦੀ ਕਿਸੇ ਸਮੇਂ ਹਮਾਇਤ ਕੀਤੀ ਹੋਈ ਹੈ। ਤੇ ਜਿਵੇਂ ਹੁਣ ਇੰਡੀਆ ਗੱਠਜੋੜ ਦੇ ਵਿੱਚ ਸ਼ਾਮਲ ਹੋਈ ਹੈ ਸਮਾਜਵਾਦੀ ਪਾਰਟੀ ਉੱਤਰ ਪ੍ਰਦੇਸ਼, ਉਹਦੇ ਜਿਹੜੇ ਇਸ ਵੇਲੇ ਮੁਖੀ ਨੇ ਅਖਿਲੇਸ਼ ਯਾਦਵ, ਉਹਨਾਂ ਨੇ ਵੀ ਕਈ ਮੰਚਾਂ ਉੱਤੇ ਰਾਹੇ ਬਰਾਹੇ ਇੱਕ ਦੇਸ਼ ਇੱਕ ਚੋਣ ਦੀ ਹਮਾਇਤ ਕੀਤੀ ਹੋਈ ਹੈ। ਖੈਰ, ਵਕਾਲਤ ਉਹਨਾਂ ਦੀ ਕਈ ਮੋੜਾਂ ਉੱਤੇ ਉਹਨਾਂ ਵੱਲੋਂ ਅਜਿਹੀ ਵਕਾਲਤ ਕੀਤੀ ਗਈ ਹੈ। ਡਾਕਟਰ ਸਾਹਿਬ, ਤੁਸੀਂ ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ ਕਿ ਜਿਹੜੇ ਆਗੂਆਂ ਨੇ ਅਜਿਹੇ ਪ੍ਰੋਗਰਾਮ ਦੀ ਰਾਹੇ ਬਰਾਹੇ ਹਮਾਇਤ ਕੀਤੀ ਹੋਵੇ ਤੇ ਫਿਰ ਉਹਨਾਂ ਨੂੰ ਹੁਣ ਜਿਹੜਾ ਸਿਆਸੀ ਮੋੜ ਕੱਟਣਾ ਪੈ ਜਾਵੇ ਜਾਂ ਪਵੇ, ਕਿਵੇਂ ਲੱਗਦਾ ਸਾਰਾ ਕੁਝ? ਭਿੰਡਰ ਸਾਹਿਬ, ਇਹਦੇ ਉੱਪਰ ਬਿਲਕੁਲ ਸਪਸ਼ਟ ਲੱਗ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਜਾਂ ਐਨਡੀਏ ਸਰਕਾਰ ਨੇ ਬਿਲਕੁਲ ਪੂਰੀ ਤਰ੍ਹਾਂ ਸੋਚ ਕੇ, ਸਹਿਜਤਾ ਦੇ ਨਾਲ ਇਹਦੀ ਵਿਚਾਰ ਚਰਚਾ ਕਰਕੇ, ਇਹਦੇ ਪਿਛੋਕੜ ਨੂੰ ਸਮਝ ਕੇ ਇਸ ਪ੍ਰੋਗਰਾਮ ਨੂੰ ਅੱਗੇ ਵਧਾਇਆ ਹੈ। ਉਹਨਾਂ ਨੂੰ ਪਤਾ ਹੈ ਕਿ ਕਾਂਗਰਸ ਪਾਰਟੀ ਦੇ ਜਦੋਂ ਪ੍ਰਣਬ ਮੁਖਰਜੀ ਸੀ, ਉਹਨਾਂ ਨੇ ਇਹਦੀ ਵਕਾਲਤ ਕੀਤੀ ਸੀ, ਨਤੀਸ਼ ਕੁਮਾਰ ਨੇ ਕੀਤੀ ਹੈ, ਅਖਿਲੇਸ਼ ਯਾਦਵ ਨੇ ਕੀਤੀ ਹੈ। ਹੁਣ ਜਿਹੜੇ ਕਿ ਉਹ ਇੰਡੀਆ ਗੱਠਜੋੜ ਦੇ ਮੋਹਰੀ ਬਣੇ ਹੋਏ ਨੇ, ਉਹਨਾਂ ਦੇ ਲਈ ਹੁਣ ਯੂ ਟਰਨ ਲੈਣਾ ਬੜਾ ਔਖਾ ਹੋਏਗਾ। ਇਸ ਮਸਲੇ ਬਾਰੇ ਉਹ ਕਿਸ ਤਰ੍ਹਾਂ ਦਾ ਇਹਨਾਂ ਦੇ ਉੱਪਰ ਸਿਧਾਂਤਕ ਹਮਲਾ ਕਰ ਸਕਣਗੇ ਸਰਕਾਰ ਦੇ ਉੱਪਰ, ਇਸ ਦੇ ਲਈ ਉਹਨਾਂ ਨੂੰ ਇਹਦੀ ਹਮਾਇਤ ਦੇ ਵਿੱਚ ਜਾਂ ਫਿਰ ਆਪਣੀ ਸੁਰ ਮੱਠੀ ਰੱਖਣੀ ਪਏਗੀ ਤੇ ਉਹਨਾਂ ਨੂੰ ਹਮਲਾ ਕਰਨ ਦੀ ਮੇਰਾ ਖਿਆਲ ਨਹੀਂ ਬਈ ਕੋਈ ਇਸ ਤਰ੍ਹਾਂ ਦੀ ਕੋਈ ਸੁਰ ਲੱਭੇ ਜਾਂ ਕੋਈ ਇਸ ਤਰ੍ਹਾਂ ਦਾ ਸੂਤਰ ਲੱਭੇ। ਤੇ ਇਸ ਸੰਬੰਧੀ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਜੋ ਇਹ ਨੂੰ ਵਧਾਇਆ ਗਿਆ, ਪੂਰੀ ਤਰ੍ਹਾਂ ਸੋਚ ਸਮਝ ਕੇ, ਪੂਰੀ ਸੋਚ ਵਿਚਾਰ ਤੋਂ, ਪੂਰੀ ਆਪਣੀ ਤਿੱਖੀ ਰਣਨੀਤੀ ਦੇ ਤਹਿਤ ਇਹ ਕਾਰਜ। ਬਿਲਕੁਲ ਡਾਕਟਰ ਸਾਹਿਬ, ਆਪਾਂ ਆਰੰਭ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਆਰਐਸਐਸ ਦੁਆਲੇ ਜਿਵੇਂ ਇੰਡੀਆ ਗੱਠਜੋੜ ਦੀਆਂ ਧਿਰਾਂ ਨੇ ਇੱਕ ਵੱਡੇ ਸ਼ਬਦੀ ਹਮਲੇ ਕੀਤੇ ਹੈ। ਕਹਿਣ ਦਾ ਭਾਵ ਕਿ ਹਾਲਾਤ ਇੱਦਾਂ ਦੇ ਉਪਜ ਕੇ ਸਾਹਮਣੇ ਆ ਰਹੇ ਨੇ ਸਿਆਸੀ ਲਿਹਾਜ਼ ਤੇ ਕਿ ਜਿਵੇਂ ਆਰਐਸਐਸ ਤੇ ਇੰਡੀਆ ਗੱਠਜੋੜ ਦੇ ਦਰਮਿਆਨ ਕੋਈ ਪੇਚਾ ਪੈ ਰਿਹਾ ਹੋਵੇ। ਪਰੰਤੂ ਜਿਵੇਂ ਕਿ ਆਰਐਸਐਸ ਨੇ ਇੱਕ ਦੇਸ਼ ਇੱਕ ਚੋਣ ਦੀ ਵੱਡੇ ਪੱਧਰ ਉੱਤੇ ਖੁੱਲ੍ਹ ਕੇ ਹਮਾਇਤ ਕੀਤੀ ਹੈ, ਇਸ ਨਾਲ ਭਾਜਪਾ ਕਹਿ ਰਹੀ ਹੈ ਕਿ ਕੇਂਦਰੀ ਸਰਕਾਰ ਨੂੰ ਕੀ ਇੱਕ ਵੱਡਾ ਹੌਸਲਾ ਵੀ ਮਿਲ ਰਿਹਾ ਹੋਵੇਗਾ, ਕਿਉਂਕਿ ਆਰਐਸਐਸ ਜੇਕਰ ਖੁੱਲ੍ਹ ਕੇ ਕਿਸੇ ਪ੍ਰੋਗਰਾਮ ਦੇ ਵਿੱਚ ਨਿੱਤਰਦੀ ਹੈ ਤਾਂ ਸਿਆਸੀ ਲਿਹਾਜ਼ ਉੱਤੇ, ਕਹਿ ਲਈਏ ਕਿ ਵੋਟ ਦੀ ਰਾਜਨੀਤੀ ਉੱਤੇ ਇੱਕ ਆਪਣੇ ਆਪ ਦੇ ਵਿੱਚ ਵੱਡਾ ਮਾਇਨਾ ਹੈ, ਕਹਿਣ ਦਾ ਭਾਵ ਕਿ ਇੱਕ ਵੱਡਾ ਮਹੱਤਵ ਹੈ। ਜੀ ਡਾਕਟਰ ਸਾਹਿਬ। ਭਿੰਡਰ ਸਾਹਿਬ, ਆਰਐਸਐਸ ਜਿਹੜਾ ਕਿ ਭਾਜਪਾ ਦਾ ਸਿਧਾਂਤਕ ਵਿੰਗ ਹੈ, ਪਿੱਛੇ ਰਹਿ ਕੇ ਉਹ ਕਾਰਜ ਕਰ ਰਿਹਾ। ਸਾਰੇ ਕਾਰਜਕਾਰ ਉਹਨਾਂ ਦੀ ਅੱਗੇ ਇਲੈਕਸ਼ਨ ਦੇ ਲਈ ਜਿਹੜਾ ਹਰਾਵਲ ਦਸਤਾ ਹੈ ਉਹ ਭਾਰਤੀ ਜਨਤਾ ਪਾਰਟੀ ਹੈ। ਤੇ ਇਹਦੇ ਨਾਲ ਲਾਜ਼ਮੀ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਵੱਡੀ ਸ਼ਕਤੀ ਮਿਲਦੀ ਹੈ, ਉਹਨਾਂ ਨੂੰ ਬੜਾ ਹੌਸਲਾ ਮਿਲਦਾ ਹੈ ਤੇ ਇਸ ਤਰ੍ਹਾਂ ਦੇ ਕਾਰਜਾਂ ਦੇ ਨਾਲ ਉਹਨਾਂ ਨੂੰ ਪੂਰੀ ਤਰ੍ਹਾਂ ਇਕਜੁੱਟ ਹੋ ਕੇ ਆਪਣਾ ਹਮਲਾਵਰ ਰੁਖ ਰੱਖਣ ਦੇ ਵਿੱਚ ਹੋਰ ਊਰਜਾ ਮਿਲੇਗੀ। ਭਿੰਡਰ ਸਾਹਿਬ। ਡਾਕਟਰ ਸਾਹਿਬ, ਇੱਕ ਵੱਖਰੀ ਤਰ੍ਹਾਂ ਦਾ ਸਵਾਲ, ਪਿਛਲੇ ਸਮੇਂ ਕੁਝ ਖਬਰਾਂ ਉਸ ਕੇ ਸਾਹਮਣੇ ਆਈਆਂ ਸਨ ਕਿ ਆਰਐਸਐਸ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਦੇ ਚਿਹਰੇ ਵਜੋਂ ਭਾਜਪਾ ਨੂੰ ਇਹ ਹਰੀ ਝੰਡੀ ਨਹੀਂ ਦੇ ਰਹੀ ਕਿ ਨਰਿੰਦਰ ਮੋਦੀ ਅਗਲਾ ਪ੍ਰਧਾਨ ਮੰਤਰੀ ਦਾ ਚਿਹਰਾ ਹੋਣ। ਪਰੰਤੂ ਪਿਛਲੇ ਕੁਝ ਸਮੇਂ ਤੋਂ ਭਾਜਪਾ ਵੱਡੇ ਪੱਧਰ ਉੱਤੇ ਉਭਾਰ ਰਹੀ ਹੈ ਕਿ ਜਿਹੜਾ ਅਗਲਾ ਸਾਡਾ ਚਿਹਰਾ ਹੈ ਉਹ ਨਰਿੰਦਰ ਮੋਦੀ ਹੀ ਹੋਣਗੇ। ਈਵਨ ਕਿ ਹੁਣ ਐਨਡੀਏ ਦੀਆਂ ਜਿਹੜੀਆਂ ਪਿਛਲੇ ਸਮੇਂ 38 ਪਾਰਟੀਆਂ ਦੀ ਬੈਠਕ ਹੋਈ, ਉਹਦੇ ਵਿੱਚ ਵੀ ਇਹ ਗੱਲ ਵੱਡੇ ਪੱਧਰ ਉੱਤੇ ਸਾਹਮਣੇ ਲਿਆਂਦੀ ਗਈ ਕਿ ਜਿਹੜੇ ਪ੍ਰਧਾਨ ਮੰਤਰੀ ਦਾ ਸਾਡਾ ਅਗਲਾ ਚਿਹਰਾ ਉਹ ਨਰਿੰਦਰ ਮੋਦੀ ਮੁੜ ਹੋਣਗੇ ਤੀਜੀ ਵਾਰ। ਪਰੰਤੂ ਇੰਡੀਆ ਗੱਠਜੋੜ ਦੀ ਕਿਉਂਕਿ ਆਪਾਂ ਚਰਚਾ ਲੈ ਰਹੇ ਹਾਂ, ਮੁੰਬਈ ਦੇ ਬੈਠਕ ਜਿਹੜੀ ਤੀਜੀ ਬੈਠਕ ਤੱਕ ਹਾਲੇ ਉਹਨਾਂ ਵੱਲੋਂ ਪ੍ਰਧਾਨ ਮੰਤਰੀ ਦਾ ਚਿਹਰਾ ਸਾਹਮਣੇ ਨਾ ਲਿਆਉਣਾ,
ਇਹ ਵੀ ਕਿਤੇ ਨਾ ਕਿਤੇ ਕੋਈ ਸਿਆਸੀ ਤੋੜ ਹੀ ਲੱਗ ਰਹੀ ਹੈ ਜੀ ਡਾਕਟਰ ਸਾਹਿਬ। ਬਿਲਕੁਲ ਭਿੰਡਰ ਸਾਹਿਬ, ਇਹ ਤਾਂ ਸਪਸ਼ਟ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਜਿਹੜਾ ਕਿ ਅਗਲਾ ਪ੍ਰਧਾਨ ਮੰਤਰੀ ਦਾ ਚਿਹਰਾ ਨਰਿੰਦਰ ਮੋਦੀ ਨੂੰ ਲਿਆਂਦਾ ਜਾ ਰਿਹਾ ਹੈ, ਇਹਦੇ ਬਾਰੇ ਸਪਸ਼ਟ ਹੀ ਹੋ ਰਿਹਾ ਹੈਗਾ। ਬੇਸ਼ੱਕ ਇਸ ਤਰ੍ਹਾਂ ਦੀਆਂ ਕੈਸਰਾਈਆਂ ਲਾਈਆਂ ਜਾਂਦੀਆਂ ਸੀ ਜਾਂ ਇਹ ਕਿਸ ਤਰ੍ਹਾਂ ਦਾ ਮੀਡੀਆ ਦੇ ਵਿੱਚ ਆ ਰਹੀਆਂ ਸੀ ਕਿ RSS ਦਾ ਜਿਹੜਾ ਮਤਲਬ ਵਿੰਗ ਦੇ ਵੱਲੋਂ, RSS ਦੇ ਵੱਲੋਂ ਮੋਦੀ ਦੇ ਨੂੰ ਪ੍ਰਧਾਨ ਮੰਤਰੀ ਦੇ ਚਿਹਰਾ ਨਹੀਂ ਮੰਨਿਆ ਜਾ ਰਿਹਾ। ਪਰ ਜਿਵੇਂ ਦੀਆਂ ਗਤੀਵਿਧੀਆਂ, ਜਿਵੇਂ ਦੀ ਕਾਰਜਵਾਈ ਹੋ ਰਹੀ ਹੈ ਪਿਛਲੇ ਸਮੇਂ ਦੇ ਦੌਰਾਨ ਆ ਰਹੀਆਂ ਨੇ, ਇਹਦੇ ਤੋਂ ਕੋਈ ਸ਼ੱਕ ਨਹੀਂ ਲੱਗ ਰਿਹਾ ਕਿ ਨਰਿੰਦਰ ਮੋਦੀ ਹੀ ਅਗਲੇ ਪਾਰਟੀ ਦਾ ਚਿਹਰਾ ਹੋਣਗੇ। ਇਹ ਤਾਂ ਸਪਸ਼ਟ ਹੈ। ਤੇ ਇਹਦੇ ਵਿੱਚੋਂ ਜਿਹੜੇ ਵਿਰੋਧੀ ਧਿਰ ਇੰਡੀਆ ਗੱਠਜੋੜ ਵੱਲੋਂ, ਜਦੋਂ ਕਿ ਪਹਿਲਾਂ ਇਹ ਲੱਗ ਰਿਹਾ ਸੀ ਕਿ ਆਪਣੀ ਇਸ ਮੀਟਿੰਗ ਦੇ ਵਿੱਚ ਆਪਣਾ ਪ੍ਰਧਾਨ ਮੰਤਰੀ ਦਾ ਚਿਹਰਾ ਸਾਹਮਣੇ ਲਿਆਉਣਗੇ, ਪਰੰਤੂ ਹਾਲੇ ਉਹਨਾਂ ਨੇ ਨਹੀਂ ਲਿਆਂਦਾ। ਇਸ ਦਾ ਕਾਰਨ ਇਹ ਵੀ ਹੈ ਕਿਉਂਕਿ ਪਾਰਟੀਆਂ ਬਹੁਤ ਨੇ, ਐਡਾ ਵੱਡਾ ਗੱਠਜੋੜ ਉਹਨਾਂ ਨੇ ਕੀਤਾ ਹੈਗਾ, ਇੰਨੀਆਂ ਪਾਰਟੀਆਂ ਨੇ। ਹਾਲੇ ਉਹਨਾਂ ਨੇ ਆਪਣੀ ਕੋਆਰਡੀਨੇਸ਼ਨ ਕਮੇਟੀ ਬਣਾਈ ਹੈ 14 ਮੈਂਬਰੀ, ਜਦ ਕਿ CPM ਨੇ ਹਲੇ ਆਪਣਾ ਨੁਮਾਇੰਦਾ ਉਹਦੇ ਵਿੱਚ ਦੇਣਾ ਤੇ 15 ਮੈਂਬਰ ਬਣਨਗੇ। ਤੇ ਇਸ ਤੋਂ ਬਾਅਦ ਇਕਜੁੱਟ ਹੋ ਕੇ ਉਹ ਪ੍ਰਧਾਨ ਮੰਤਰੀ ਦੇ ਚਿਹਰੇ ਬਾਰੇ ਵਿਚਾਰ ਕਰਨਗੇ। ਇਹ ਤਾਂ ਹੈ। ਕਾਰਨ ਕੀ ਹੈ? ਕਿਉਂਕਿ ਰਾਜਨੀਤੀ ਇੰਨੀ ਤਿੱਖੀ ਹੋ ਚੁੱਕੀ ਹੈ, ਬਹੁਤ ਤਿੱਖੇ ਹਮਲੇ ਹੋ ਰਹੇ ਨੇ, ਤਿੱਖੇ ਆਪਣੇ ਕੱਢੇ ਜਾ ਰਹੇ ਨੇਗੇ, ਆਪਣੇ ਦਾਅ ਪੇਚ ਖੇਡੇ ਜਾ ਰਹੇ ਨੇ ਇਸ ਰਾਜਨੀਤੀ ਦੇ ਵਿੱਚ। ਕਿਉਂਕਿ ਜਿਹੜੀ ਭਾਰਤੀ ਜਨਤਾ ਪਾਰਟੀ ਔਰ ਕਾਂਗਰਸ ਪਾਰਟੀ ਤੇ ਦੂਸਰੀਆਂ ਧਿਰਾਂ ਸਾਰੀਆਂ ਮਤਲਬ ਕੋਈ ਵੀ ਆਪਣਾ ਨੈਗੇਟਿਵ ਪੱਖ ਨਹੀਂ ਛੱਡਣਾ ਚਾਹੁੰਦੇ ਤੇ ਆਪਣਾ ਕੋਈ ਵਿਕਲਪ ਨਹੀਂ ਛੱਡਣਾ ਚਾਹ ਰਹੇ। ਉਹ ਹਰ ਸ਼ਕਤੀ ਇਹਦੇ ਵਿੱਚ ਝੁਕਣੀ ਚਾਹ ਰਹੇ ਹੈ। ਇਸ ਇਲੈਕਸ਼ਨ ਦੇ ਦੌਰਾਨ ਉਹ ਸੱਤਾ ਨੂੰ ਪ੍ਰਾਪਤ ਕਰਨ ਦੇ ਲਈ ਆਪਣਾ ਪੂਰਾ ਜ਼ੋਰ ਲਾ ਰਹੇ ਨੇ। ਬਿਲਕੁਲ ਡਾਕਟਰ ਸਾਹਿਬ, ਆਪਾਂ ਜ਼ਿਕਰ ਕਰ ਰਹੇ ਸੀ ਇੱਕ ਦੇਸ਼ ਇੱਕ ਚੋਣ ਦਾ ਜਿਹੜਾ ਪ੍ਰੋਗਰਾਮ ਸਾਹਮਣੇ ਆ ਰਿਹਾ ਹੈ, ਤੇ ਇਹ ਪ੍ਰੋਗਰਾਮ ਕੀ ਅਗਲੇ ਸਮੇਂ ਇੰਪਲੀਮੈਂਟਸ ਹੁੰਦਾ ਹੈ ਜਾਂ ਨਹੀਂ ਹੁੰਦਾ, ਕਿੱਥੇ ਸਟੈਂਡ ਕਰਦਾ ਹੈ। ਪਰ ਲੋਕ ਸਭਾ ਦੀ ਜਿਹੜੀ ਆਮ ਚੋਣ ਹੈ ਉਹ ਜ਼ਰੂਰ ਅਗਲੇ ਸਾਲ ਸਿਰ ਤੇ ਹੈ। ਕਹਿੰਦਾ ਭਾਵ ਕਿ ਅਪ੍ਰੈਲ ਤੋਂ ਮਈ ਜੂਨ ਦਰਮਿਆਨ ਹੋਣੀ ਤੈਅ ਹੈ। ਪਰੰਤੂ ਇਸ ਵੇਲੇ ਇੱਕ ਬੰਨੇ ਇੰਡੀਆ ਗੱਠਜੋੜ ਤੇ ਦੂਜੇ ਬੰਨੇ ਬਰਾਬਰ ਵੱਡੀ ਧਿਰ ਹੈ ਜਿਹੜੀ ਹੁਣ ਰਾਜ ਭਾਗ ਵੀ ਕਰ ਰਹੀ ਹੈ, NDA। ਤੇ ਇੱਕ ਤੀਜੀ ਧਿਰ ਵੀ ਪਿਛਲੇ ਸਮੇਂ ਸਾਹਮਣੇ ਆਈ ਸੀ ਕਿ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਕੁਮਾਰੀ ਮਾਇਆਵਤੀ ਨੇ ਐਲਾਨ ਕੀਤਾ ਸੀ ਕਿ ਨਾ ਉਹ ਇੰਡੀਆ ਨਾਲ ਤੇ ਨਾ ਉਹ NDA ਦੇ ਨਾਲ, ਉਹ ਇੱਕ ਤੀਜੀ ਧਿਰ ਕਾਇਮ ਕਰਨਗੇ। ਤੇ ਨਾਲ ਕੁਮਾਰੀ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਦੇ ਚਿਹਰੇ ਵਜੋਂ ਵੀ ਐਲਾਨਿਆ ਗਿਆ ਸੀ। ਡਾਕਟਰ ਸਾਹਿਬ, ਇਹ ਤੀਜੀ ਧਿਰ ਬਾਰੇ ਤੁਹਾਡਾ ਕੀ ਖਿਆਲ ਹੈ? ਭਿੰਡਰ ਸਾਹਿਬ, ਜਿਸ ਤਰ੍ਹਾਂ ਤੀਜੀ ਧਿਰ ਦਾ ਪਹਿਲਾ ਐਲਾਨ ਹੋਇਆ ਸੀ ਪਿੱਛੇ ਕਾਫੀ ਸਮਾਂ ਰਿਹਾ, ਉਸ ਵੇਲੇ ਜਦੋਂ ਮਾਇਆਵਤੀ ਨੂੰ ਕਿਹਾ ਗਿਆ ਸੀ ਕਿ ਮਾਇਆਵਤੀ ਪ੍ਰਧਾਨ ਮੰਤਰੀ ਦਾ ਚਿਹਰਾ ਹੋਣਗੇ, ਉਦੋਂ ਥੋੜੀ ਹਿਲਜਲ ਹੋਈ ਸੀ। ਪਰੰਤੂ ਥੋੜੇ ਸਮੇਂ ਤੋਂ ਬਾਅਦ ਹੁਣ ਜਿਸ ਤਰ੍ਹਾਂ ਆ ਰਿਹਾ ਸੀ ਕਿ ਮਾਇਆਵਤੀ ਨੇ ਕਿਹਾ ਕਿ ਮੈਂ ਵਿਚਾਰ ਲਵਾਂਗੀ, 40 ਸੀਟਾਂ ਮੈਨੂੰ UP ਦੇ ਵਿੱਚ ਲੜਨ ਦੀ ਦਿੱਤੀ ਜਾਵੇ ਤਾਂ ਮੈਂ ਇੰਡੀਆ ਗੱਠਜੋੜ ਦੇ ਨਾਲ ਸ਼ਾਮਲ ਹੋ ਸਕਦਾ। ਡਾਕਟਰ ਸਾਹਿਬ, ਇਸ ਦੇ ਬਾਰੇ ਵੀ 40 ਸੀਟਾਂ UP ਦੀਆਂ ਇਹ ਬਸਪਾ ਨੇ ਡਿਨਾਈ ਕਰ ਦਿੱਤਾ ਸੀ ਕਿ ਅਜਿਹਾ ਨਹੀਂ ਹੈ। ਜਿਹੜੀ ਇਹ ਮੀਡੀਆ ਵੱਲੋਂ ਧਾਰਨਾ ਦਿੱਤੀ ਜਾ ਰਹੀ ਹੈ ਠੀਕ ਨਹੀਂ, ਉਹਨਾਂ ਨੇ ਇਸ ਨੂੰ ਡਿਨਾਈ ਕਰਕੇ ਬਸਪਾ ਨੇ ਫਿਰ ਇਹ ਗੱਲ ਵੱਡੇ ਪੱਧਰ ਉੱਤੇ ਦੁਹਰਾਈ ਸੀ ਕਿ ਬਸਪਾ ਇੱਕ ਤੀਜੀ ਧਿਰ ਵਜੋਂ ਇਕੱਲੇ ਤੌਰ ਤੇ ਜਿਹੜਾ ਲੋਕ ਸਭਾ ਦਾ ਪਿੜ ਮੱਲੇਗੀ। ਤੇ ਜਿਹੜਾ ਪ੍ਰਧਾਨ ਮੰਤਰੀ ਦਾ ਚਿਹਰਾ ਉਹ ਜਿਹੜਾ ਪਿਛਲੀ ਵਾਰ ਦੁਹਰਾਇਆ ਗਿਆ ਸੀ ਕਿ ਕੁਮਾਰੀ ਮਾਇਆਵਤੀ ਹੋਣਗੇ, ਉਹ ਉੱਥੇ ਹੀ ਸਟੈਂਡ ਕਰਦਾ ਹੈ। ਜੀ ਡਾਕਟਰ ਸਾਹਿਬ, ਪਰ ਇਹ ਇੰਨਾ ਕੁਝ ਚੱਲ ਜਾਣ ਦੇ ਬਾਵਜੂਦ ਭਿੰਦਰ ਸਾਹਿਬ, ਇਸ ਤਰ੍ਹਾਂ ਦਾ ਹੋ ਜਾਣ ਦੇ ਬਾਵਜੂਦ ਕੋਈ ਬਹੁਤੀ ਵੱਡੀ ਹਿਲਜੁਲ ਨਹੀਂ ਹੋ ਰਹੀ। ਹਾਲਾਂਕਿ ਜੋ ਹੋਣੀ ਚਾਹੀਦੀ ਸੀ, ਜਿਸ ਤਰ੍ਹਾਂ ਕਿ ਪਹਿਲਾਂ ਸ਼ੁਰੂਆਤ ਦੇ ਵਿੱਚ ਹੋਈ ਸੀ ਤੇ ਬੜਾ ਉਹ ਹੋਇਆ, ਤੇ ਪਰੰਤੂ ਹਾਲੇ ਉਸ ਤਰ੍ਹਾਂ ਹੀ ਹੈ। ਜਾਂ ਤਾਂ ਲੋਕਾਂ ਦੇ ਵਿੱਚ ਲੋਕ ਰਾਓ ਕੀ ਹੈਗਾ, ਲੋਕਾਂ ਦੀ ਕਿਸ ਤਰ੍ਹਾਂ ਦੀ ਵਿਚਾਰ ਆ ਰਹੀ ਹੈ, ਹਾਲੇ ਇਸ ਤਰ੍ਹਾਂ ਦੀ ਕੋਈ ਵੱਡੀ ਤਿੱਖਾ ਪ੍ਰਤੀਕਰਮ ਨਹੀਂ ਆ ਰਿਹਾ ਕਿਸੇ ਪਾਸਿਓਂ ਵੀ, ਨਾ ਹੀ ਦੋਨੇ ਗੱਠਜੋੜਾਂ ਵੱਲੋਂ, NDA ਵੱਲੋਂ, ਔਰ ਨਾ ਹੀ ਇੰਡੀਆ ਗੱਠਜੋੜ ਵੱਲੋਂ, ਤੇ ਨਾ ਹੀ ਹੋਰ ਕੋਈ ਜਿਹੜੀਆਂ ਤੀਸਰੀ ਧਿਰ ਦੇ ਨਾਲ ਸ਼ਾਮਲ ਪਾਰਟੀਆਂ ਜਾਂ ਹੋਰ ਜਿਹੜੇ ਇਸ ਤਰ੍ਹਾਂ ਦੇ ਗਰੁੱਪ ਨੇ ਜਾਂ ਪਾਰਟੀਆਂ ਨੇ, ਉਹਨਾਂ ਵੱਲੋਂ ਵੀ ਹਾਲੇ ਕੋਈ ਇਸ ਤਰ੍ਹਾਂ ਦਾ ਆਪਣੀ ਪ੍ਰਤੀਕਿਰਿਆ ਸਾਹਮਣੇ ਨਹੀਂ ਆ ਰਹੀ। ਪਿੰਡ ਸਾਹਿਬ, ਡਾਕਟਰ ਸਾਹਿਬ, ਪੰਜਾਬ ਦੇ ਵਿੱਚ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ, ਇਹਨਾਂ ਦਾ ਅਲਾਇੰਸ ਹੈ। ਪਿਛਲੀ ਜਿਹੜੀ ਹੈ ਵਿਧਾਨ ਸਭਾ ਚੋਣ ਵੀ, ਫਿਰ ਜਿਹੜੀਆਂ ਜ਼ਿਮਨੀ ਲੋਕ ਸਭਾ ਚੋਣਾਂ ਹੋਈਆਂ, ਇਹਨਾਂ ਦੇ ਵਿੱਚ ਇਹ ਦੋਨੇ ਪਾਰਟੀਆਂ ਇੱਕ ਅਲਾਇੰਸ ਵਜੋਂ ਅੱਗੇ ਆਈਆਂ, ਲੜੀਆਂ। ਪਰੰਤੂ
ਜਦੋਂ ਕਿ ਹੁਣ ਇੱਕ ਦੇਸ਼ ਇੱਕ ਚੋਣ ਦਾ ਪ੍ਰੋਗਰਾਮ ਜਿਹੜਾ ਭਾਜਪਾ ਸਰਕਾਰ ਨੇ ਦਿੱਤਾ ਹੈ, ਅਕਾਲੀ ਦਲ ਨੇ ਖੁੱਲ੍ਹ ਕੇ ਉਹਦਾ ਸਮਰਥਨ ਕਰ ਦਿੱਤਾ ਹੈ, ਪਰੰਤੂ ਬਹੁਜਨ ਸਮਾਜ ਪਾਰਟੀ ਇਸ ਪ੍ਰੋਗਰਾਮ ਦੇ ਮਾਮਲੇ ਉੱਤੇ ਹਾਲੇ ਤਾਈਂ ਚੁੱਪ ਹੈ। ਜੀ ਡਾਕਟਰ ਸਾਹਿਬ। ਬਿਲਕੁਲ ਇਸੇ ਤੋਂ ਲੱਗ ਰਿਹਾ ਨਾ ਪਿੰਡਰ ਸਾਹਿਬ, ਕਿਉਂਕਿ ਹਾਲੇ ਜਿਸ ਤਰ੍ਹਾਂ ਕਿ ਅਕਾਲੀ ਦਲ ਅਤੇ ਬਸਪਾ ਨੇ ਪੰਜਾਬ ਦੇ ਵਿੱਚ ਇਕੱਠਿਆਂ ਚੋਣ ਲੜੀ ਸੀ, ਤਾਂ ਇਸ ਤਰ੍ਹਾਂ ਦਾ ਵੱਡਾ ਜਿਹੜਾ ਇਸ਼ੂ ਹੈ, ਨੈਸ਼ਨਲ ਪੱਧਰ ਦਾ ਇਸ਼ੂ ਹੈ, ਜਿਹੜਾ ਕਿ ਬੜਾ ਵੱਡਾ ਮਸਲਾ ਹੈ, ਜਿਹੜਾ ਕਿ ਆਉਣ ਵਾਲੀਆਂ ਚੋਣਾਂ ਨੂੰ ਪ੍ਰਭਾਵਿਤ ਕਰੇਗਾ, ਤੇ ਉਸ ਦੇ ਸੰਬੰਧ ਦੇ ਵਿੱਚ ਇਸ ਗੱਠਜੋੜ ਵੱਲੋਂ ਆਪਣੀ ਵੱਡੀ ਚਾਰਧਾਰਾ ਤੋਂ ਬਾਅਦ ਹੀ ਕੋਈ ਬਿਆਨ ਆਉਣਾ ਚਾਹੀਦਾ ਸੀ। ਪਰੰਤੂ ਇਹਦੇ ਤੋਂ ਇਹ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਿੱਧੇ ਤੌਰ ਤੇ ਆਪਣਾ ਉਸ ਗੱਠਜੋੜ ਤੋਂ ਬਾਹਰ ਹੋ ਕੇ ਆਪਣਾ ਬਿਆਨ ਦਿੱਤਾ, ਤੇ ਇਹਦੇ ਵਿੱਚੋਂ ਇਸੇ ਕਾਰਨ ਲੱਗ ਰਿਹਾ ਕਿ ਵੀ ਜਿਹੜਾ ਤੀਸਰੀ ਧਿਰ ਦਾ ਕੋਈ ਬਹੁਤਾ ਹਾਲੇ ਕੋਈ ਸਰਗਰਮੀ ਨਜ਼ਰ ਨਹੀਂ ਆ ਰਹੀ। ਬਿਲਕੁਲ ਡਾਕਟਰ ਸਾਹਿਬ, ਭਾਵੇਂ ਹਾਲੇ ਕਈ ਪੱਖਾਂ ਤੋਂ ਜਿਹੜੀਆਂ ਸਰਗਰਮੀਆਂ ਬੜੀ ਤੇਜ਼ੀ ਨਾਲ ਅੱਗੇ ਵਧ ਰਹੀਆਂ ਨੇ, ਪਰੰਤੂ ਕਈ ਅਜਿਹੇ ਮਾਮਲੇ ਨੇ ਜਿਹੜੇ ਹਾਲੇ ਉਹ ਨਜ਼ਰੀ ਨਹੀਂ ਪੈ ਰਹੇ, ਭਾਵੇਂ ਕਿ ਉਸ ਫੈਸਲਿਆਂ ਦਾ ਜਿਹੜਾ ਔਰਾ ਉਹ ਵੱਡੇ ਪੱਧਰ ਉੱਤੇ ਫੈਲ ਰਿਹਾ, ਪਰੰਤੂ ਜਿਹੜੀ ਨਜ਼ਰੀ ਪੈਣ ਵਾਲੀ ਗੱਲ ਹੈ ਉਹ ਹਾਲੇ ਦੂਰ ਦੀ ਗੱਲ ਜਾਪਦੀ ਹੈ। ਸੋ ਇੰਡੀਆ ਗੱਠਜੋੜ ਤੇ NDA ਤੇ ਨਾਲ ਇੱਕ ਤੀਜੀ ਧਿਰ ਦੇ ਵਿੱਚ ਸਾਰੇ ਮਾਮਲੇ ਦੇ ਵਿੱਚ ਜੋੜ ਕੇ ਅਸੀਂ ਪੰਜਾਬ ਨੂੰ ਤੁਹਾਡੇ ਸਨਮੁਖ ਅੱਜ ਦਾ ਐਪੀਸੋਡ ਰੱਖਿਆ। ਉਮੀਦ ਹੈ ਕਿ ਸਾਡੇ ਬਾਕੀ ਐਪੀਸੋਡ ਦੇ ਵਾਂਗ ਸਾਡੀ ਅੱਜ ਦੀ ਇਹ ਰਚਨਾ ਵੀ ਤੁਹਾਨੂੰ ਪਸੰਦ ਆਏਗੀ। ਸੋ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ। ਸਤਿਕਾਰਯੋਗ ਸਰੋਤਾ ਜਨ ਨੂੰ ਬੇਨਤੀ ਹੈ ਕਿ ਉਹ ਸਾਡੇ ਚੈਨਲ ਈ ਮਿਸ਼ਨ ਪੰਜਾਬੀ ਨਾਲ ਜੁੜੇ ਰਹਿਣ। ਈ ਮਿਸ਼ਨ ਪੰਜਾਬੀ।